ਅੱਜ ਇਸ ਵੀਡੀਓ ਦੇ ਵਿੱਚ ਅਸੀਂ ਰੋਮ ਮੈਮਰੀ ਜੋ ਹੈ ਜਿਹੜੀ ਰੀਡ ਓਨਲੀ ਮੈਮਰੀ ਉਹਦੀ ਟਾਈਮਿੰਗ ਡਾਇਗਰਾਮ ਜੋ ਹੈ ਉਹਨੂੰ ਅਸੀਂ ਸਮਝਣਾ, ਉਹਦੇ ਰੀਡ ਸਾਈਕਲ ਦੀ ਟਾਈਮਿੰਗ ਡਾਇਗਰਾਮ। ਠੀਕ ਹੈ ਜੀ। ਸੋ ਰੀਡ ਸਾਈਕਲ ਕੀ ਹੈਗਾ ਹੈ ਕਿ ਜਦੋਂ ਅਸੀਂ ਮੈਮਰੀ ਦੇ ਵਿੱਚੋਂ ਕੁਝ ਵੀ ਰੀਡ ਕਰਦੇ ਹਾਂ ਤੇ ਇੱਕ ਐਡਰੈਸ ਜਿਹੜਾ ਅਸੀਂ ਮੈਮਰੀ ਦੇ ਵਿੱਚ ਅਸੀਂ ਦੱਸਦੇ ਹਾਂ ਕਿ ਇਸ ਐਡਰੈਸ ਤੋਂ ਅਸੀਂ ਡਾਟਾ ਰੀਡ ਕਰਨਾ ਹੈ। ਸੋ ਉਸ ਡਾਟਾ ਨੂੰ ਰੀਡ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਹ ਪੂਰੇ ਪ੍ਰੋਸੈਸ ਨੂੰ ਅਸੀਂ ਕਹਿੰਦੇ ਰੀਡ ਸਾਈਕਲ। ਫਿਰ ਜਦੋਂ ਦੂਸਰੇ ਐਡਰੈਸ ਤੋਂ ਅਸੀਂ ਡਾਟਾ ਰੀਡ ਕਰਾਂਗੇ ਉਹ ਨੈਕਸਟ ਸਾਈਕਲ ਹੋ ਜਾਏਗਾ। ਫਿਰ ਉਸ ਤੋਂ ਬਾਅਦ ਅਸੀਂ ਕੋਈ ਹੋਰ ਐਡਰੈਸ ਅਪਲਾਈ ਕਰਾਂਗੇ, ਉੱਥੋਂ ਡਾਟਾ ਰੀਡ ਕਰਾਂਗੇ, ਉਸ ਤੋਂ ਅਗਲਾ ਸਾਈਕਲ ਹੋ ਜਾਏਗਾ। ਸੋ ਇਹ ਹੈਗਾ ਹੈ ਇੱਕ ਰੀਡ ਸਾਈਕਲ। ਸੋ ਇੱਕ ਐਡਰੈਸ ਤੋਂ ਡਾਟਾ ਰੀਡ ਕਰਨਾ ਉਹ ਤੁਹਾਡਾ ਇੱਕ ਰੀਡ ਸਾਈਕਲ ਹੋ ਗਿਆ। ਸੋ ਰੀਡ ਸਾਈਕਲ ਜਿਹੜਾ ਉਹਦੇ ਵਿੱਚ ਜੋ ਵੀ ਪ੍ਰੋਸੈਸ ਇਨਵੋਲਵਡ ਹੈਗਾ ਆ ਉਹਦੀ ਇਹ ਟਾਈਮਿੰਗ ਡਾਇਗਰਾਮ ਹੈ। ਅਤੇ ਇਸ ਟਾਈਮਿੰਗ ਡਾਇਗਰਾਮ ਨੂੰ ਅਸੀਂ ਸਮਝਣਾ ਕਿ ਇਹਦੇ ਵਿੱਚ ਕਿਹੜੀਆਂ ਇਨਪੁਟਸ ਲੱਗਣੀਆਂ ਅਤੇ ਸਾਨੂੰ ਆਊਟਪੁੱਟ ਕੀ ਮਿਲੇਗੀ। ਠੀਕ ਹੈ ਜੀ। ਸੋ ਇਸ ਡਾਇਗਰਾਮ ਜਿਹੜੀ ਤੁਹਾਨੂੰ ਇੱਥੇ ਇਸ ਵਕਤ ਨਜ਼ਰ ਆ ਰਹੀ ਹੈ, ਇਹਦੇ ਵਿੱਚ ਸਾਡੇ ਕੋਲ ਦੋ ਇਨਪੁਟਸ ਨੇ। ਇੱਕ ਤਾਂ ਹੈਗੀਆਂ ਨੇ ਐਡਰੈਸ ਇਨਪੁਟਸ। ਠੀਕ ਹੈ ਜੀ। ਸੋ ਐਡਰੈਸ ਇਨਪੁਟ ਉਹ ਹੈਗੀਆਂ ਨੇ ਜਿੱਥੇ ਅਸੀਂ ਐਡਰੈਸ ਦੱਸਣਾ ਹੈ ਕਿ ਕਿਹੜੇ ਐਡਰੈਸ ਤੋਂ ਡਾਟਾ ਰੀਡ ਕਰਨਾ ਹੈ। ਦੂਸਰੀ ਇਨਪੁਟ ਜਿਹੜੀ ਹੈ ਉਹ ਹੈਗੀ ਹੈ ਚਿਪ ਸਿਲੈਕਟ। ਚਿਪ ਸਿਲੈਕਟ ਜਿਹੜੀ ਆ ਉਹ ਮੈਮਰੀ ਨੂੰ ਐਕਟੀਵੇਟ ਜਾਂ ਇਨਐਕਟੀਵੇਟ ਕਰਨ ਲਈ ਯੂਜ਼ ਕੀਤੀ ਜਾਂਦੀ ਹੈ। ਸੋ ਜੇ ਤਾਂ ਅਸੀਂ ਮੈਮਰੀ 'ਚੋਂ ਕੁਛ ਡਾਟਾ ਰੀਡ ਕਰਨਾ ਹੈ ਤਾਂ ਫਿਰ ਅਸੀਂ ਚਿਪ ਸਿਲੈਕਟ ਜਿਹੜੀ ਹੈ ਉਹਨੂੰ ਐਕਟਿਵ ਕਰਾਂਗੇ ਤਾਂ ਕਿ ਉਹ ਮੈਮਰੀ ਜਿਹੜੀ ਹੈ ਐਕਟਿਵ ਹੋ ਜਾਏ। ਜੇ ਅਸੀਂ ਮੈਮਰੀ ਨੂੰ ਯੂਜ਼ ਨਹੀਂ ਕਰਨਾ ਚਾਹੁੰਦੇ ਤਾਂ ਫਿਰ ਉਹਨੂੰ ਅਸੀਂ ਡਿਸੇਬਲ ਕਰ ਦਿੰਦੇ ਹਾਂ, ਇਨਐਕਟੀਵੇਟ ਕਰ ਦਿੰਦੇ ਹਾਂ। ਠੀਕ ਹੈ ਜੀ। ਸੋ ਇਹ ਹੋ ਗਈਆਂ ਤੁਹਾਡੀਆਂ ਦੋ ਤਰੀਕੇ ਦੀ ਇਨਪੁਟਸ, ਇੱਕ ਐਡਰੈਸ ਇਨਪੁਟਸ ਹੋ ਗਈਆਂ, ਇੱਕ ਚਿਪ ਸਿਲੈਕਟ ਹੈਗੀ ਹੈ। ਜਿਹੜਾ ਥਰਡ ਸਿਗਨਲ ਇਹਦੇ ਵਿੱਚ ਇਹ ਹੈਗਾ ਉਹ ਹੈਗਾ ਤੁਹਾਡਾ ਡਾਟਾ ਆਊਟਪੁੱਟ। ਸੋ ਡਾਟਾ ਆਊਟਪੁੱਟ ਹੈਗੀ ਹੈ ਜਿੱਥੋਂ ਅਸੀਂ ਡਾਟਾ ਰੀਡ ਕਰਨਾ ਮੈਮਰੀ ਦੇ ਵਿੱਚੋਂ। ਹੁਣ ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚ ਜਿਹੜੀਆਂ ਇਨਪੁਟਸ ਅਤੇ ਆਊਟਪੁੱਟ ਕਿੱਦਾਂ ਇਹਨਾਂ ਦਾ ਆਪਸ ਵਿੱਚ ਰਿਲੇਸ਼ਨਸ਼ਿਪ ਕੀ ਹੈ। ਸੋ ਸਟਾਰਟਿੰਗ 'ਚ ਜਦੋਂ ਅਸੀਂ ਦੇਖਦੇ ਹਾਂ ਐਡਰੈਸ ਇਨਪੁਟਸ, ਉਹ ਪਹਿਲਾਂ ਜਿਹੜਾ ਆ ਉਹ ਓਲਡ ਐਡਰੈਸ ਅਪਲਾਈ ਹੋਇਆ ਜੋ ਪਿਛਲਾ ਐਡਰੈਸ ਜੋ ਵੀ ਜਿੱਥੋਂ ਡਾਟਾ ਰੀਡ ਕੀਤਾ ਸੀਗਾ ਉਹੀ ਐਡਰੈਸ ਜਿਹੜਾ ਉਹ ਉੱਥੇ ਅਪਲਾਈਡ ਹੈ। ਜਿਹੜਾ ਲਾਈਨਾਂ ਕ੍ਰੋਸ ਹੋ ਰਹੀਆਂ ਨੇ ਐਡਰੈਸ ਇਨਪੁਟਸ ਵਾਲੀਆਂ ਉਹ ਦੱਸ ਰਹੀਆਂ ਨੇ ਕਿ ਐਡਰੈਸ ਜਿਹੜਾ ਉਹ ਚੇਂਜ ਹੋ ਰਿਹਾ। ਠੀਕ ਹੈ ਜੀ। ਸੋ ਜਦੋਂ ਕ੍ਰੋਸ ਹੋ ਕੇ ਸਾਡੇ ਕੋਲ ਜਿਹੜਾ ਨਵਾਂ ਐਡਰੈਸ ਹੈ ਉਹ ਅਪਲਾਈ ਹੋ ਗਿਆ। ਸੋ ਜਿਹੜਾ ਤੁਹਾਡਾ ਨਿਊ ਐਡਰੈਸ ਵਾਲਾ ਸਿਗਨਲ ਹੈ, ਉਸ ਤੋਂ ਬਾਅਦ ਜਦੋਂ ਨਿਊ ਐਡਰੈਸ ਅਪਲਾਈ ਹੋ ਗਿਆ ਉਸ ਤੋਂ ਬਾਅਦ ਤੁਸੀਂ ਚਿਪ ਸਿਲੈਕਟ ਜਿਹੜੀ ਆ ਉਹਨੂੰ ਐਕਟਿਵ ਕਰਨਾ ਹੈ। ਹੁਣ ਚਿਪ ਸਿਲੈਕਟ ਦਾ ਜਿਹੜਾ ਸਿਗਨਲ ਇੱਥੇ ਯੂਜ਼ ਕੀਤਾ ਗਿਆ ਹੈ ਉਹ ਕੰਪਲੀਮੈਂਟਡ ਹੈ। ਠੀਕ ਹੈ। ਇਹਨੂੰ ਹੀ ਐਕਟਿਵ ਲੋ ਸਿਗਨਲ ਵੀ ਕਹਿੰਦੇ ਆ। ਸੋ ਐਕਟਿਵ ਲੋ ਦਾ ਮਤਲਬ ਹੈਗਾ ਕਿ ਜਦੋਂ ਸਿਗਨਲ ਲੋ ਹੋਏਗਾ ਉਦੋਂ ਐਕਟਿਵ ਹੋਏਗਾ। ਠੀਕ ਹੈ। ਸੋ ਚਿਪ ਸਿਲੈਕਟ ਕਿਉਂਕਿ ਕੰਪਲੀਮੈਂਟਡ ਹੈ, ਐਕਟਿਵ ਲੋ ਆ, ਇਸ ਕਰਕੇ ਸਟਾਰਟਿੰਗ ਦੇ ਵਿੱਚ ਉਹ ਹਾਈ ਸੀਗੀ, ਇਹਦਾ ਮਤਲਬ ਚਿਪ ਸਿਲੈਕਟ ਜਿਹੜੀ ਆ ਉਹ ਇਨਵੈਲਿਡ ਹੈਗੀ ਹੈ ਜਾਂ ਇਨਐਕਟੀਵੇਟਡ ਹੈ। ਜਦੋਂ ਅਸੀਂ ਉਹਨੂੰ ਲੋ ਕਰ ਦੇਵਾਂਗੇ ਤਾਂ ਉਹ ਐਕਟੀਵੇਟ ਹੋ ਜਾਏਗੀ, ਐਕਟਿਵ ਹੋ ਜਾਏਗੀ। ਤੁਹਾਡੀ ਜਿਹੜੀ ਮੈਮਰੀ ਆ ਉਹ ਸਿਲੈਕਟਡ ਆ, ਉਹ ਤੋਂ ਤੁਸੀਂ ਹੁਣ ਡਾਟਾ ਰੀਡ ਕਰ ਸਕਦੇ ਹੋ। ਸੋ ਐਡਰੈਸ ਪਹਿਲਾਂ ਆਪਣਾ ਐਡਰੈਸ ਇਨਪੁਟਸ ਉੱਤੇ ਅਪਲਾਈ ਕਰਨਾ, ਉਸ ਤੋਂ ਬਾਅਦ ਚਿਪ ਸਿਲੈਕਟ ਜਿਹੜੀ ਆ ਉਹਨੂੰ ਅਨੇਬਲ ਕਰਨਾ ਆ ਲੋ ਕਰਕੇ। ਇਹ ਜਦੋਂ ਅਸੀਂ ਦੋਨੋਂ ਸਿਗਨਲਸ ਅਪਲਾਈ ਕਰ ਦੇਵਾਂਗੇ ਉਸ ਤੋਂ ਬਾਅਦ ਸਾਡਾ ਡਾਟਾ ਆ ਉਹ ਡਾਟਾ ਆਊਟਪੁੱਟ ਦੇ ਉੱਤੇ ਅਵੇਲੇਬਲ ਹੋ ਜਾਏਗਾ। ਠੀਕ ਹੈ। ਸੋ ਇਹ ਕਿਸ ਤਰ੍ਹਾਂ ਪਤਾ ਲੱਗ ਰਿਹਾ ਵਾ। ਸੋ ਜਿੱਥੇ ਜਿਹੜੀ ਡਾਟਾ ਆਊਟਪੁੱਟ ਹੈ ਉਹ ਹਾਈ ਜ਼ੈਡ ਸਟੇਟ ਦੇ ਵਿੱਚ ਹੈ। ਹਾਈ ਜ਼ੈਡ ਸਟੇਟ ਦਾ ਜਿਹੜੀ ਹੈ ਉਹ ਤੁਹਾਡੀ ਜਿਹੜੀ ਸਲਾਂਟਡ ਲਾਈਨਸ ਬਣੀਆਂ ਹੋਈਆਂ ਨੇ ਉਹ ਤੁਹਾਡੇ ਸ਼ੋ ਕਰਨ ਦੀਆਂ ਨੇ ਹਾਈ ਜ਼ੈਡ ਸਟੇਟ। ਹਾਈ ਜ਼ੈਡ ਸਟੇਟ ਮਤਲਬ ਜਿੱਥੇ ਮੈਮਰੀ ਦੇ ਡਾਟਾ ਅਵੇਲੇਬਲ ਨਹੀਂ ਹੈਗਾ ਉਹ ਵਾਲਾ ਸਟੇਟ। ਸੋ ਜਿੱਥੋਂ ਤੁਹਾਡਾ ਡਾਟਾ ਅਵੇਲੇਬਲ ਹੋ ਜਾਂਦਾ ਹੈ ਉਹ ਪੋਰਸ਼ਨ ਜਿਹੜਾ ਹੈ ਉਹ ਚਿਪ ਸਿਲੈਕਟ ਕਰਨ ਤੋਂ ਬਾਅਦ ਹੀ ਅਵੇਲੇਬਲ ਹੋਏਗਾ। ਸੋ ਇੱਥੇ ਸਾਡੇ ਕੋਲ ਇਹ ਜਿਹੜੇ ਤਿੰਨ ਸਿਗਨਲ ਹੈ ਇਹਨਾਂ ਦਾ ਰਿਲੇਸ਼ਨਸ਼ਿਪ ਸਮਝਣਾ। ਪਹਿਲਾਂ ਅਸੀਂ ਐਡਰੈਸ ਚੇਂਜ ਕਰਾਂਗੇ, ਉਸ ਤੋਂ ਬਾਅਦ ਚਿਪ ਸਿਲੈਕਟ ਜਿਹੜਾ ਆ ਉਹ ਇਨੇਬਲ ਕਰਾਂਗੇ। ਚਿਪ ਸਿਲੈਕਟ ਇਨੇਬਲ ਹੋਣ ਤੋਂ ਬਾਅਦ ਜਿਹੜਾ ਡਾਟਾ ਆਊਟਪੁੱਟ ਦੇ ਉੱਤੇ ਡਾਟਾ ਅਵੇਲੇਬਲ ਹੋਏਗਾ। ਹੁਣ ਇਹਨਾਂ ਤਿੰਨਾਂ ਤੋਂ ਇਲਾਵਾ ਇਹਦੇ ਵਿੱਚ ਦੋ ਚੀਜ਼ਾਂ ਹੋਰ ਨੇ ਜਿਹੜੀਆਂ ਦੇਖਣ ਵਾਲੀਆਂ, ਉਹ ਹੈਗੀਆਂ ਨੇ ਦੋ ਟਾਈਮ ਦਿੱਤੇ ਹੋਏ ਨੇ। ਇੱਕ ਤੇ ਤੁਹਾਡਾ ਦਿੱਤਾ ਹੋਇਆ TACC ਅਤੇ ਦੂਸਰਾ ਦਿੱਤਾ ਹੈ TOE। ਠੀਕ ਹੈ ਜੀ। ਸੋ ਇਹਨਾਂ ਨੂੰ ਸਮਝ ਲਈਏ ਕਿ ਇਹਨਾਂ ਦਾ ਕੀ ਮਤਲਬ ਹੈਗਾ। ਸੋ TACC ਹੈਗਾ ਆ ਐਕਸੈਸ ਟਾਈਮ ਅਤੇ TOE ਹੈਗਾ ਆ ਤੁਹਾਡਾ ਆਊਟਪੁੱਟ ਅਨੇਬਲ ਟਾਈਮ। ਸੋ ਇਹਨਾਂ ਦਾ ਮਤਲਬ ਕੀ ਹੈ। ਸੋ ਜਿਹੜਾ TACC ਹੈ ਜਾਂ ਐਕਸੈਸ ਟਾਈਮ ਹੈ ਉਹ ਡਿਫਰੈਂਸ ਹੈਗਾ ਆ ਦੋ ਟਾਈਮ ਇੰਟਰਵਲਸ ਦਾ। ਇੱਕ ਟਾਈਮ ਹੈਗਾ ਆ ਜਿਹੜਾ ਟਾਈਮ T1 ਹੈਗਾ ਜਿੱਥੇ ਅਸੀਂ ਨਿਊ ਐਡਰੈਸ ਅਪਲਾਈ ਕੀਤਾ, ਅਤੇ ਦੂਸਰਾ ਟਾਈਮ ਕਿਹੜਾ ਆ ਜਿੱਥੇ ਸਾਡੇ ਕੋਲ ਡਾਟਾ ਅਵੇਲੇਬਲ ਹੋਇਆ। ਠੀਕ ਹੈ। ਸੋ ਇਸ ਡਾਇਗਰਾਮ ਦੇ ਵਿੱਚ ਉਹਨੂੰ T3 ਦਿੱਤਾ ਹੋਇਆ। ਸੋ T1 ਅਤੇ T3 ਦੇ ਵਿਚਕਾਰ ਜਿਹੜਾ ਡਿਫਰੈਂਸ ਹੈ, ਜਿਹੜਾ ਤੁਸੀਂ ਸ਼ੇਡਡ ਏਰੀਆ ਦੇਖ ਰਹੇ ਹੋ, ਇਹ ਜਿਹੜਾ ਟਾਈਮ ਹੈ ਇਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਐਕਸੈਸ ਟਾਈਮ ਹੈ। ਐਡਰੈਸ ਅਪਲਾਈ ਕਰਨ ਤੋਂ ਲੈ ਕੇ ਡਾਟਾ ਮਿਲਣ ਤੱਕ ਜਿਹੜਾ ਟਾਈਮ ਸਾਡਾ ਲੱਗਦਾ, ਜਿਹੜਾ ਡਿਲੇ ਆ ਜਾਂ ਜਿਹੜਾ ਟਾਈਮ ਪੀਰੀਅਡ ਹੈ ਜਿਹਦੇ ਵਿੱਚ ਸਾਨੂੰ ਵੇਟ ਕਰਨੀ ਪੈਂਦੀ ਹੈ ਡਾਟਾ ਦੀ, ਉਹ ਸਾਡਾ ਹੋ ਗਿਆ ਐਕਸੈਸ ਟਾਈਮ। ਸੋ ਮਤਲਬ ਐਡਰੈਸ ਅਸੀਂ ਅਪਲਾਈ ਕੀਤਾ ਪਰ ਡਾਟਾ ਆਉਣ ਲੱਗਿਆ
ਜਾਂ ਡਾਟਾ ਅਵੇਲੇਬਲ ਹੋਣ ਲੱਗੇ ਜਿੰਨਾ ਟਾਈਮ ਲੱਗਦਾ ਹੈ, ਉਹ ਐਕਸੈਸ ਟਾਈਮ ਹੋ ਗਿਆ। ਜਿਹੜਾ ਆਊਟਪੁੱਟ ਇਨੇਬਲ ਟਾਈਮ ਦਾ ਮਤਲਬ ਇਹ ਹੈਗਾ ਕਿ ਚਿਪ ਸਿਲੈਕਟ ਲਗਾਉਣ ਤੋਂ ਬਾਅਦ ਜਿੰਨੀ ਦੇਰ ਵੇਟ ਸਾਨੂੰ ਕਰਨੀ ਪੈਂਦੀ ਹੈ। ਸੋ ਪਹਿਲਾਂ ਤਾਂ ਆਪਾਂ ਡਾਟਾ ਐਡਰੈਸ ਅਪਲਾਈ ਕੀਤਾ, ਚੇਂਜ ਕੀਤਾ, ਉਸ ਤੋਂ ਬਾਅਦ ਅਸੀਂ ਚਿਪ ਸਿਲੈਕਟ ਜਿਹੜੀ ਆ ਉਹ ਇਨੇਬਲ ਕੀਤੀ, ਠੀਕ ਹੈ। ਸੋ ਚਿਪ ਸਿਲੈਕਟ ਇਨੇਬਲ ਕਰ ਦੇਣ ਤੋਂ ਬਾਅਦ ਜਿੰਨੀ ਦੇਰ ਵੇਟ ਕਰਨੀ ਪਈ ਡਾਟਾ ਅਵੇਲੇਬਲ ਹੋਣ ਦੀ, ਉਹ ਸਾਡਾ ਹੋ ਗਿਆ TOE, ਮਤਲਬ ਆਊਟਪੁੱਟ ਇਨੇਬਲ ਟਾਈਮ, ਠੀਕ ਹੈ ਜੀ। ਸੋ ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਐਗਜ਼ਾਮ 'ਚ ਐਕਸਪਲੇਨ ਕਰਨੀਆਂ ਨੇ, ਡਾਇਗਰਾਮ ਨੂੰ ਵੀ, ਅਤੇ ਜਿਹੜੇ ਟਾਈਮ ਪੀਰੀਅਡ ਜਿਹੜੇ ਦੋ ਹਿੱਸੇ ਮੈਂ ਤੁਹਾਨੂੰ ਦੱਸੇ ਨੇ ਉਹਨਾਂ ਨੂੰ ਵੀ ਦੱਸਣਾ ਪਏਗਾ ਕਿ ਇਹਨਾਂ ਦਾ ਕੀ ਮਤਲਬ ਹੈ। ਸੋ ਜਿਹੜਾ ਐਕਸੈਸ ਟਾਈਮ, ਜਿਹੜੀ ਮੈਮਰੀਜ਼ ਆ ਐਕਸੈਸ ਟਾਈਮ ਘੱਟ ਹੋਏਗਾ ਉਹ ਮੈਮਰੀਜ਼ ਫਾਸਟ ਹੋਣਗੀਆਂ, ਜਿਨ੍ਹਾਂ ਦਾ ਐਕਸੈਸ ਟਾਈਮ ਜ਼ਿਆਦਾ ਹੋਏਗਾ ਉਹ ਮੈਮਰੀ ਸਲੋ ਹੋਏਗੀ, ਠੀਕ ਹੈ ਜੀ। ਸੋ ਇਹ ਇਹਦੇ ਵਿੱਚ ਮੇਨ ਪੁਆਇੰਟ ਸੀਗੇ ਜਿਹੜੇ ਧਿਆਨ ਦੇਣ ਵਾਲੇ ਨੇ, ਜਿਹੜੇ ਪੇਪਰ 'ਚ ਐਕਸਪਲੇਨ ਕਰਨੇ ਨੇ। ਜੇ ਇਹਨਾਂ ਵਿੱਚ ਕੋਈ ਡਾਊਟ ਹੋਏਗਾ ਤਾਂ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸ ਦਿਓ, ਮੈਂ ਉਹਨਾਂ ਨੂੰ ਤੁਹਾਡੇ ਡਾਊਟ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗਾ, ਰਿਪਲਾਈ ਮੈਂ ਤੁਹਾਨੂੰ ਉਸ ਚੀਜ਼ ਦਾ ਕਰਾਂਗਾ।